ਨਵੇਂ ਇਮੀਗ੍ਰੈਂਟਸ ਦੀਆਂ ਕੀ ਦਿੱਕਤਾਂ ਨੇ, ਕੀ ਵਜ੍ਹਾ ਹੋਈ ਕਿ ਨਵੇਂ ਇਮੀਗ੍ਰੈਂਟਸ ਜਿਹੜੇ ਨੇ ਉਹ ਉਪਰਾਮ ਹੋ ਰਹੇ ਨੇ, ਉਕਤਾ ਰਹੇ ਨੇ ਅਤੇ ਸ਼ਾਇਦ ਕੈਨੇਡਾ ਉਹਨਾਂ ਦੀਆਂ ਆਸਾਂ 'ਤੇ ਪੂਰਾ ਨਹੀਂ ਉਤਰ ਰਿਹਾ। ਜੋ ਕੁਛ ਉਹ ਕਿਆਸ ਕੇ ਆਏ ਨੇ, ਜਿਸ ਤਰ੍ਹਾਂ ਦੇ ਸੁਪਨੇ ਲੈ ਕੇ ਆਏ ਨੇ, ਉਹਨਾਂ ਦੇ ਸੁਪਨੇ ਸਾਕਾਰ ਨਹੀਂ ਹੋ ਰਹੇ ਔਰ ਉਹਨਾਂ ਦੇ ਵਿੱਚੋਂ ਯਕੀਨ ਕਰਨਾ ਕਿ ਕਈਆਂ ਨੇ ਵਾਪਸ ਜਾਣ ਦਾ ਇਰਾਦਾ ਧਾਰ ਲਿਆ ਹੈ, ਕੁਛ ਵਾਪਸ ਚਲੇ ਵੀ ਗਏ ਨੇ। ਇਹ ਦੇਸ਼ ਹੁਣ ਮੈਂ ਇੱਥੇ ਜੋੜਦਾ, ਆਹ ਦੇਸ਼ ਕਿਉਂ ਸੋਹਣੇ ਆ, ਕਿਉਂ ਚੰਗੇ ਆ। ਇੱਥੇ ਤੁਹਾਡੇ ਕੋਲੇ ਬੁਢਾਪੇ ਦੇ ਵਿੱਚ ਜਾ ਕੇ ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੋ। ਸਿਸਟਮ ਤੁਹਾਨੂੰ ਸਟੇਟ ਸੰਭਾਲਦੀ ਆ ਤੁਹਾਨੂੰ। ਉੱਥੇ ਸਟੇਟ ਨੇ ਲੋਕਾਂ ਨੂੰ ਸੰਭਾਲਣਾ ਛੱਡਤਾ ਕੁਝ ਸਾਲਾਂ ਤੋਂ। 2004 ਕੇ 2005 ਤੋਂ ਬਾਅਦ ਜਿਹੜੀਆਂ ਨੌਕਰੀਆਂ ਲੱਗੀਆਂ, ਕਿਸੇ ਕੋਲੇ ਪੈਨਸ਼ਨ ਨਹੀਂ ਹੈ। ਮੈਂ ਹੁਣ 20-25 ਸਾਲ ਉੱਥੇ ਮਿਹਨਤ ਕਰਕੇ ਇੱਕ ਵਧੀਆ ਜਗ੍ਹਾ ਤੇ ਪਹੁੰਚਿਆ ਸੀਗਾ। ਮੇਰੀ ਸੈਲਰੀ ਬਹੁਤ ਸੋਹਣੀ ਸੀ, ਮੇਰੀ ਜੌਬ ਬਹੁਤ ਅੱਛੀ ਸੀ। ਜਦੋਂ ਉਹਦੇ ਕੰਪੈਰੇਟਿਵ ਇੱਥੇ ਆ ਕੇ ਬੰਦੇ ਨੂੰ ਸਟਰਗਲ ਕਰਨੀ ਪੈਂਦੀ ਆ, ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ, ਫਿਰ ਉਹਦਾ ਦਿਲ ਟੁੱਟਦਾ। ਤੇ ਦੂਸਰਾ ਇੱਕ ਜਿਹੜਾ ਜਦੋਂ ਬੰਦਾ ਨਵਾਂ ਆ ਕੇ ਇੱਥੇ ਜੌਬ ਲੱਭਦਾ ਨਾ, ਉਹਨੂੰ ਕਿਹਾ ਜਾਂਦਾ ਜੀ ਕੈਨੇਡੀਅਨ ਐਕਸਪੀਰੀਅੰਸ। ਉਹ ਜਿਹੜਾ ਬੰਦਾ ਹਜੇ ਉਤਰੇ ਹੀ ਕੱਲ੍ਹ ਆ, ਉਹ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਕਿੱਥੋਂ ਦਊਗਾ। ਜਿਹੜੀ ਫਰਸਟ੍ਰੇਸ਼ਨ ਆ ਰਹੀ ਨਵੇਂ ਇਮੀਗ੍ਰੈਂਟਸ ਦੇ ਵਿੱਚ, ਐਜੂਕੇਟਡ ਕਮਿਊਨਿਟੀ ਦੇ ਵਿੱਚ ਜੀ, ਮਾਨਤਾ ਮਿਲਣ ਤੋਂ ਬਾਅਦ ਜਦੋਂ ਸਿਲੈਕਸ਼ਨ ਕਮੇਟੀ ਸਿਲੈਕਟ ਕਰਦੀ ਆ ਜੀ, ਫਿਰ ਉਹ ਆਪਸ ਵਿੱਚ ਜਦੋਂ ਗੱਲ ਕਰਦੇ ਨੇ, ਫਿਰ ਉਹ ਇਹ ਕਹਿ ਕੇ ਜਦੋਂ ਕਿਸੇ ਡਾਕਟਰ ਨੂੰ ਵੀ ਰਿਜੈਕਟ ਕਰ ਦਿੰਦੇ ਨੇ ਕਿ ਹੀ ਇਜ਼ ਫੋਰਨ ਟ੍ਰੇਨਡ ਜਾਂ ਫੋਰਨ ਟ੍ਰੇਨਡ ਦਾ ਸਟਿਗਮਾ ਲਾ ਕੇ ਕਿਸੇ ਵਿਅਕਤੀ ਨੂੰ ਨੌਕਰੀ ਤੋਂ ਵਾਂਝਿਆ ਕਰ ਦੇਣਾ ਜੀ, ਇਹ ਬਹੁਤ ਵੱਡੀ ਫਰਸਟ੍ਰੇਸ਼ਨ ਪੈਦਾ ਕਰ ਰਿਹਾ। The Harjinder Singh Show। ਅੱਜ ਗੱਲਬਾਤ ਚੱਲੇਗੀ ਨਵੇਂ ਇਮੀਗ੍ਰੈਂਟਸ ਦੇ ਬਾਰੇ 'ਚ। ਨਵੇਂ ਇਮੀਗ੍ਰੈਂਟਸ ਦੀਆਂ ਕੀ ਦਿੱਕਤਾਂ ਨੇ, ਕੀ ਵਜ੍ਹਾ ਹੋਈ ਕਿ ਨਵੇਂ ਇਮੀਗ੍ਰੈਂਟਸ ਜਿਹੜੇ ਨੇ ਉਹ ਉਪਰਾਮ ਹੋ ਰਹੇ ਨੇ, ਉਕਤਾ ਰਹੇ ਨੇ ਅਤੇ ਸ਼ਾਇਦ ਕੈਨੇਡਾ ਉਹਨਾਂ ਦੀਆਂ ਆਸਾਂ 'ਤੇ ਪੂਰਾ ਨਹੀਂ ਉਤਰ ਰਿਹਾ। ਜੋ ਕੁਛ ਉਹ ਕਿਆਸ ਕੇ ਆਏ ਨੇ, ਜਿਸ ਤਰ੍ਹਾਂ ਦੇ ਸੁਪਨੇ ਲੈ ਕੇ ਆਏ ਨੇ, ਉਹਨਾਂ ਦੇ ਸੁਪਨੇ ਸਾਕਾਰ ਨਹੀਂ ਹੋ ਰਹੇ ਔਰ ਉਹਨਾਂ ਦੇ ਵਿੱਚੋਂ ਯਕੀਨ ਕਰਨਾ ਕਿ ਕਈਆਂ ਨੇ ਵਾਪਸ ਜਾਣ ਦਾ ਇਰਾਦਾ ਧਾਰ ਲਿਆ ਹੈ, ਕੁਛ ਵਾਪਸ ਚਲੇ ਵੀ ਗਏ ਨੇ ਔਰ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ, ਕਿ ਉਹ ਅਡੈਪਟ ਨਹੀਂ ਕਰ ਰਹੇ ਜਾਂ ਕਿ ਸਿਸਟਮ ਦੇ ਵਿੱਚ ਕੋਈ ਫੇਲੂਅਰਸ ਨੇ ਜਿਹੜੇ ਉਹਨਾਂ ਨੂੰ ਉਪਰਾਮ ਕਰ ਰਹੇ ਹਨ। ਸੋ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ। ਉਹਨਾਂ ਦੇ ਕਈ ਫਸਟ ਹੈਂਡ ਜਿਹੜੇ ਤਜਰਬੇ ਵੀ ਨੇ। ਬਾਕੀ ਜਤਿੰਦਰ ਸਿੰਘ ਹੋਰਾਂ ਨੂੰ ਤੁਸੀਂ ਜਾਣਦੇ, ਤੁਸੀਂ ਉਹਨਾਂ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ। ਉਹਨਾਂ ਦੀ ਆਪਣੀ ਖਾਸ ਓਪੀਨੀਅਨ ਹੈ, ਬਹੁਤ ਪੜ੍ਹੇ ਲਿਖੇ ਵਿਅਕਤੀ ਹਨ ਔਰ GHG ਗੁਰੂਸਰ ਸੁਧਾਰ ਕਾਲਜ ਦੇ ਉਹ ਉੱਥੋਂ ਆਏ ਨੇ, ਉਸ ਨਾਲ ਬਹੁਤ ਲੰਬਾ ਸਮਾਂ ਜੁੜੇ ਰਹੇ ਹਨ। ਸੋ ਅੱਜ ਉਹਨਾਂ ਨਾਲ ਗੱਲਬਾਤ ਹੋਏਗੀ। ਜਤਿੰਦਰ ਬਾਈ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਜੀ। ਧੰਨਵਾਦ ਤਿੰਨ ਸਾਹਿਬ। ਕੱਲ੍ਹ ਅਸੀਂ ਓਪਨ ਲਾਈਨ ਵੀ ਕੀਤੀ ਸੀ, ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੇ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਸਨ ਜੀ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਸ ਤਰੀਕੇ ਨਾਲ ਸਾਡਾ ਸਿਸਟਮ ਚੱਲ ਰਿਹਾ ਇਹ ਠੀਕ ਨਹੀਂ ਜੀ। ਬੇਸ਼ੱਕ ਉਹ ਪ੍ਰਧਾਨ ਮੰਤਰੀ ਤੋਂ ਨਾਖੁਸ਼ ਸਨ, ਪਰ ਲੱਗਦਾ ਇਹ ਹੈ ਕਿ ਇਮੀਗ੍ਰੈਂਟਸ ਦੇ ਵਿੱਚ ਹੀ ਇਹ ਫੀਲਿੰਗ ਆ ਗਈ ਹੈ ਕਿ ਹੋਰ ਨਵੇਂ ਇਮੀਗ੍ਰੈਂਟ ਨਾ ਆਉਣ। ਜਿਹੜੇ ਨਵੇਂ ਇਮੀਗ੍ਰੈਂਟ ਆ ਗਏ ਨੇ, ਆ ਰਹੇ ਨੇ, ਉਹਨਾਂ ਪ੍ਰਤੀ ਜਿਹੜਾ ਰਵੱਈਆ ਇੱਥੋਂ ਦੇ ਆਲਰੇਡੀ ਰਹਿ ਰਹੇ ਲੋਕਾਂ ਦਾ ਜਾਂ ਸਿਸਟਮ ਦੇ ਵਿੱਚ ਜਿਹੜੇ ਗੈਪਸ ਨੇ, ਉਹਨਾਂ ਕਰਕੇ ਉਹ ਉਕਤਾ ਗਏ ਨੇ ਕੈਨੇਡਾ ਤੋਂ। ਕੈਨੇਡਾ ਤਾਂ ਇੱਕ ਬਹੁਤ ਵਧੀਆ ਮੁਲਕ ਸੀ, ਮੁਲਕ ਸਮਝਿਆ ਜਾਂਦਾ ਰਿਹਾ। ਥਿੰਨ ਸਾਹਿਬ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਕੈਨੇਡਾ ਬਹੁਤ ਵਧੀਆ ਮੁਲਕ ਸੀ, ਤੁਸੀਂ ਆਪਣੇ ਆਪ ਹੀ ਉਹਨੂੰ ਠੀਕ ਵੀ ਕਰਤਾ ਕਿ ਕੈਨੇਡਾ ਬਹੁਤ ਵਧੀਆ ਮੁਲਕ ਹੈ। ਮੁਲਕ ਬੇਸਿਕਲੀ ਲੋਕਾਂ ਨਾਲ ਅਤੇ ਉਹਦੇ ਸਿਸਟਮਸ ਨਾਲ ਹੁੰਦਾ। ਮੈਨੂੰ ਇੱਕ ਗਾਣਾ ਯਾਦ ਆ ਗਿਆ ਤੁਹਾਡੇ ਗੱਲ ਕਰਦੇ ਕਰਦੇ, ਹਰਜੀਤ ਹਰਮਨ ਦਾ ਗਾਣਾ ਨਾ, ਕਿ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਪਰਦੇਸੀ ਹੋਣ ਦਾ ਦਿਲ ਤਾਂ ਕਿਸੇ ਦਾ ਨਹੀਂ ਕਰਦਾ। ਮੈਨੂੰ ਨਹੀਂ ਲੱਗਦਾ ਵੀ ਜਦੋਂ ਤੁਸੀਂ ਵੀ ਕਿਤੇ ਆਏ ਹੋਵੋਗੇ ਕੋਈ ਬਹੁਤ ਜ਼ਿਆਦਾ ਐਂ ਹੋਊਗਾ ਵੀ ਮੈਂ ਬਸ ਚਲਿਆ ਜਾਵਾਂ। ਪਹਿਲਾਂ ਇਹੀ ਧਾਰ ਕੇ ਆਏ ਸੀ ਨਾ ਵੀ ਜਦੋਂ ਪੈਸੇ ਕਮਾ ਲਏ ਵਿੱਚ ਚਲੇ ਜਾਵਾਂਗੇ। ਹਾਂ, ਹਰ ਇੱਕ ਬੰਦਾ ਮੇਰੇ ਖਿਆਲ 'ਚ, ਜ਼ਿਆਦਾਤਰ, ਹਰ ਇੱਕ ਨਾ ਸਹੀ ਲੇਕਿਨ ਜ਼ਿਆਦਾਤਰ ਬੰਦਿਆਂ ਦੇ ਮਨ 'ਚ ਇਹੀ ਹੁੰਦਾ। ਆਪਾਂ ਪਹਿਲਾਂ ਵੀ ਇਸ ਵਿਸ਼ੇ 'ਤੇ ਗੱਲ ਕੀਤੀ ਹੈ ਕਿ ਹਰ ਬੰਦਾ ਆਪਣੇ ਲਈ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚੰਗੀ ਜ਼ਿੰਦਗੀ ਲੋਚਦਾ, ਉਹ ਭਵਿੱਖ ਸਵਾਰਨਾ ਚਾਹੁੰਦਾ। ਇਹਦੇ ਵਿੱਚ ਨਾ ਜਿਹੜਾ ਮੈਂ ਸਮਝਦਾ ਇੱਕ ਬੜਾ ਕੰਪਲੀਕੇਟਡ, ਇਹਨੂੰ ਸਮਝਣਾ ਤੇ ਬੜਾ ਸਿੰਪਲ ਵੀ ਹੈ। ਕੰਪਲੀਕੇਟਡ ਇਸ ਕਰਕੇ ਹੈ ਕਿ ਇਹਦੀ ਜਿਹੜੀ ਸਮੀਕਰਨ ਬਣਨੀ ਹੈ ਉਹ ਥੋੜ੍ਹੀ ਜਿਹੀ ਲੰਬੀ ਬਣ ਜਾਣੀ ਹੈ। ਸਿੰਪਲ ਇਸ ਕਰਕੇ ਹੈ ਕਿ ਆਪਾਂ ਸਾਰੇ ਉਹਦੇ ਵਿੱਚ ਦੀ ਲੰਘਦੇ ਹਾਂ। ਦਰਅਸਲ ਹੈ ਕੀ ਹੈ, ਜਿਹੜਾ ਆਪਣਾ ਭਾਈਚਾਰਾ ਹੈ, ਭਾਈਚਾਰਾ ਮਤਲਬ ਆਪਣੀ ਕੌਮ, ਆਪਣਾ ਸਮਾਜ, ਅਸੀਂ ਭਵਿੱਖ ਬਾਰੇ ਸੋਚਦੇ ਹਾਂ। ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਵੇਖਣਾ ਚਾਹੁੰਦੇ ਹਾਂ। ਉਹ ਭਵਿੱਖ ਸਾਡਾ ਨਿੱਜੀ ਵੀ ਹੋ ਸਕਦਾ, ਉਹ ਭਵਿੱਖ ਸਾਡੇ ਪਰਿਵਾਰ ਦਾ, ਸਾਡੀ ਆਉਣ ਵਾਲੀ ਪੀੜ੍ਹੀ ਦਾ ਵੀ ਹੁੰਦਾ। ਇਹ ਭਵਿੱਖ ਸਾਰਾ ਰਲਿਆ ਮਿਲਿਆ ਭਵਿੱਖ ਆ। ਕਿਸੇ ਇੱਕ ਬੰਦੇ ਦਾ ਜੇ ਮੈਂ ਕਹਾਂ ਕਿ ਮੈਂ ਆਪਦੇ ਭਵਿੱਖ ਨੂੰ ਸੁਰੱਖਿਅਤ ਕਰ ਲਵਾਂ, ਮੇਰੀਆਂ ਪੀੜ੍ਹੀਆਂ ਦਾ ਦੇਖੀ ਜਾਊ, ਕਦੇ ਨਹੀਂ ਹੁੰਦਾ ਇਹ। ਸਾਡੇ ਬਾਪ ਦਾਦਿਆਂ ਨੇ ਵੀ ਨਹੀਂ ਸੋਚਿਆ, ਆਪਾਂ ਵੀ ਨਹੀਂ ਸੋਚਦੇ, ਅਤੇ ਮੈਨੂੰ ਲੱਗਦਾ ਜਿਹੜੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਉਹ ਵੀ ਨਹੀਂ ਇਸ ਤਰ੍ਹਾਂ ਸੋਚ ਸਕਣਗੀਆਂ। ਅਸੀਂ ਕਹਿੰਦੇ ਹਾਂ ਵੀ ਯਾਰ ਗੋਰਿਆਂ ਨੂੰ ਵੇਖੋ, ਪ੍ਰੈਜ਼ੈਂਟ 'ਚ ਜਿਉਂਦੇ ਆ,
ਸਾਡੇ ਮਹਾਤਮਾਵਾਂ ਜਿਹੜੇ ਹੋਏ ਆ ਵੇਦ ਜਿਨ੍ਹਾਂ ਨੇ ਲਿਖੇ ਆ, ਜਿਹੜੇ ਬਹੁਤ ਸਮਝ ਲਓ ਪੜ੍ਹੇ ਲਿਖੇ ਗੁਣੀ ਗਿਆਨੀ ਬੰਦੇ, ਆਪਾਂ ਨੂੰ ਹਮੇਸ਼ਾ ਇਹ ਸਮਝਾਉਂਦੇ ਰਹੇ ਆ ਵਰਤਮਾਨ 'ਚ ਜੀਓ, ਪਿਛੋਕੜ 'ਚ ਜੋ ਹੋ ਗਿਆ ਭੁੱਲ ਜਾਓ, ਭਵਿੱਖ 'ਚ ਕੀ ਹੋਣਾ ਤੁਹਾਨੂੰ ਪਤਾ ਨਹੀਂ, ਵਰਤਮਾਨ 'ਚ ਜਿਉਵੋ। ਪਰ ਜੋ ਆਪਣਾ ਸਿਸਟਮ ਹੈ, ਜੋ ਆਪਾਂ ਜਿਹੜੇ ਸਮਾਜ 'ਚੋਂ ਆਏ ਆਪਾਂ ਇੱਥੇ ਕਿਉਂ ਆਏ ਆ, ਜਿਹੜਾ ਆਪਣਾ ਸਿਸਟਮ ਆ ਨਾ ਉਹ ਸਾਨੂੰ ਵਰਤਮਾਨ 'ਚ ਜਿਉਣ ਨਹੀਂ ਦਿੰਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਆਪਾਂ ਜਿਹੜਾ ਵਿਸ਼ਾ ਸੀਗਾ ਉਹਦੇ ਤੋਂ ਥੋੜ੍ਹਾ ਜਿਹਾ ਮੇਰੇ ਖਿਆਲ 'ਚ ਮੈਂ ਸਾਈਡ 'ਤੇ ਹੋ ਕੇ ਫਿਰ ਉੱਥੇ ਆਵਾਂਗੇ ਆਪਾਂ ਬਾਈਪਾਸ ਤੋਂ, ਤਾਂ ਗੱਲ ਬਣਨੀ ਹੈ। ਸਾਡੇ ਇੱਕ ਮੇਰੇ ਨੋਨ ਪ੍ਰਿੰਸੀਪਲ ਰਿਟਾਇਰ ਹੋਏ ਆ। ਅੱਛਾ ਜੀ। ਮੈਂ ਕਿਸੇ ਜਗ੍ਹਾ 'ਤੇ ਗੱਲ ਜੋੜਨ ਲੱਗਿਆ। ਆਪਣੇ ਉਹਦੇ ਵਿੱਚੋਂ ਜੋ ਆਪਣੀ ਤਨਖਾਹ ਹੁੰਦੀ ਹੈ ਉਹਦੇ 'ਚੋਂ ਇੱਕ ਹਿੱਸਾ ਕੱਟਿਆ ਜਾਂਦਾ ਹੈ ਜਿਹਦੇ ਨਾਲ ਉਹਦੀ ਪੈਨਸ਼ਨ ਲੱਗਣੀ ਹੁੰਦੀ ਆ ਬੰਦੇ ਦੀ। ਤੁਸੀਂ ਯਕੀਨ ਕਰੋਗੇ ਪ੍ਰਿੰਸੀਪਲ ਸਾਹਿਬ ਦੀ ਪੈਨਸ਼ਨ ਕਿੰਨੀ ਹੈ? 2745 ਰੁਪਏ। ਅੱਛਾ ਜੀ। 2745 ਰੁਪਏ ਪੈਨਸ਼ਨ ਮਿਲੀ ਆ ਉਹਨਾਂ ਨੂੰ। ਕਿਉਂ? ਕਿਉਂਕਿ ਇੱਕ ਪ੍ਰਾਈਵੇਟ ਕਾਲਜ 'ਚੋਂ ਰਿਟਾਇਰ ਹੋਏ ਸੀ। ਤੁਸੀਂ ਮੈਨੂੰ ਦੱਸੋ 2745 ਰੁਪਏ ਨਾਲ ਪੰਜਾਬ ਦੇ ਵਿੱਚ ਤੁਸੀਂ ਦੁੱਧ ਦਾ ਬਿੱਲ ਨਹੀਂ ਦੇ ਸਕਦੇ ਆਪਦਾ, ਰੋਟੀ ਕਿੱਥੋਂ ਖਾਓਗੇ? ਬਾਕੀ ਦਵਾਈ ਬੂਟੀ ਜਦੋਂ ਬੰਦਾ ਰਿਟਾਇਰ ਹੁੰਦਾ ਉਹਦਾ ਇਦੋਂ ਬਹੁਤਾ ਤਾਂ ਉਹਦਾ ਦਵਾਈਆਂ ਦਾ ਬਿੱਲ ਹੁੰਦਾ। ਕੋਈ ਵੇਲਾ ਸੀ ਮੇਰੇ ਫਾਦਰ ਸਾਹਿਬ ਆਪ ਫੌਜ 'ਚੋਂ ਰਿਟਾਇਰ ਹੋਏ ਆ, ਮੇਰੇ ਫਾਦਰ ਇਨ ਲਾਅ ਉਹ ਪੁਲਿਸ 'ਚੋਂ ਰਿਟਾਇਰ ਹੋਏ ਆ, ਉਹ ਪੈਨਸ਼ਨੇਬਲ ਜੌਬਾਂ 'ਤੇ ਸੀਗੇ, ਉਹਨਾਂ ਨੂੰ ਕਿਸੇ ਦੇ ਹੱਥਾਂ ਵੱਲ ਵੇਖਣਾ ਨਹੀਂ ਸੀ ਪੈਂਦਾ। ਮੇਰੇ ਪਿਓ ਨੇ ਸਾਰੀ ਉਮਰ ਮੁੱਛ ਖੜੀ ਕਰਕੇ ਜ਼ਿੰਦਗੀ ਜਿਉਈ ਹੈ। ਕਿਉਂ? ਕਿਉਂਕਿ ਉਹ ਇੰਡੀਪੈਂਡੈਂਟ ਸੀ, ਉਹਦੇ ਕੋਲ ਇੱਕ ਸਮਾਜਿਕ ਸੁਰੱਖਿਆ ਸੀ। ਇਹ ਦੇਸ਼ ਹੁਣ ਮੈਂ ਇੱਥੇ ਜੋੜਦਾ, ਆਹ ਦੇਸ਼ ਕਿਉਂ ਸੋਹਣੇ ਆ, ਕਿਉਂ ਚੰਗੇ ਆ? ਇੱਥੇ ਤੁਹਾਡੇ ਕੋਲੇ ਬੁਢਾਪੇ ਦੇ ਵਿੱਚ ਜਾ ਕੇ ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੋ। ਸਿਸਟਮ ਤੁਹਾਨੂੰ ਸਟੇਟ ਸੰਭਾਲਦੀ ਹੈ। ਸਟੇਟ ਸੰਭਾਲਦੀ ਆ ਤੁਹਾਨੂੰ। ਉੱਥੇ ਸਟੇਟ ਨੇ ਲੋਕਾਂ ਨੂੰ ਸੰਭਾਲਣਾ ਛੱਡਤਾ ਕੁਝ ਸਾਲਾਂ ਤੋਂ। 2004 ਕੇ 2005 ਤੋਂ ਬਾਅਦ ਜਿਹੜੀਆਂ ਨੌਕਰੀਆਂ ਲੱਗੀਆਂ ਕਿਸੇ ਕੋਲੇ ਪੈਨਸ਼ਨ ਨਹੀਂ ਹੈ। ਉਹਦੇ ਨਾਲ ਹੋਇਆ ਕੀ? ਆਪਾਂ ਕਹਿੰਦੇ ਹਾਂ ਗੌਰਮੈਂਟ ਪੈਨਸ਼ਨ ਅਨਪ੍ਰੋਡਕਟਿਵ ਲੋਕਾਂ ਨੂੰ ਕਿਉਂ ਦੇਵੇ, ਪਰ ਲੋਕਾਂ ਨੇ ਤੁਹਾਨੂੰ ਆਪਦੇ 60 ਸਾਲ ਦਿੱਤੇ ਹੈ। ਬਿਲਕੁਲ। ਉਹਨਾਂ ਨੂੰ ਸਾਂਭਣਾ ਤੁਹਾਡਾ ਫਰਜ਼ ਬਣਦਾ ਹੈ। ਉਹਨਾਂ ਨੇ ਛੱਡਤਾ ਵੀ ਤੁਸੀਂ ਜੀ ਆਪਣਾ ਇੰਤਜ਼ਾਮ ਖੁਦ ਕਰੋ। ਜਿਹੜਾ 2745 ਰੁਪਏ ਉਹ ਦਿੰਦੇ ਆ, ਉਹ ਕਹਿੰਦੇ ਜੀ ਪੈਨਸ਼ਨ ਦੀ ਫੈਸਿਲਿਟੀ ਤਾਂ ਹੈਗੀ ਹੈ, ਲੇਕਿਨ ਅਮਾਊਂਟ ਘੱਟ। ਉਹਦਾ ਫਾਇਦਾ ਕੀ? ਜਦੋਂ ਉਹ ਕਿਸੇ ਕੰਮ ਹੀ ਨਾ ਆਈ ਉਹਦਾ ਫਾਇਦਾ ਕੀ? ਉਹਦੇ ਨਾਲ ਹੁੰਦਾ ਕੀ ਆ? ਉਹਦੇ ਨਾਲ ਕਰਪਸ਼ਨ ਨੂੰ ਵਾਧਾ ਮਿਲਿਆ। ਬੰਦਾ ਕਹਿੰਦਾ ਵੀ ਮੇਰੇ ਕੋਲੇ 58 ਜਾਂ 60 ਸਾਲ ਦੀ ਉਮਰ ਤੱਕ ਹੀ ਟਾਈਮ ਹੈ, ਕਰ ਲਓ ਇਕੱਠਾ, ਬਾਅਦ 'ਚ ਤਾਂ ਕਿਸੇ ਨੇ ਨਹੀਂ ਪੁੱਛਣਾ। ਫਿਰ ਬੰਦਾ ਦੁਕਾਨ ਬਣਾਉਣ ਦੀ, ਪ੍ਰਾਪਰਟੀ ਬਣਾਉਣ ਦੀ, ਘਰ ਬਣਾਉਣ ਦੀ ਕੁਛ ਨਾ ਕੁਛ ਕੋਸ਼ਿਸ਼ ਕਰਦਾ ਵੀ ਮੈਨੂੰ ਕਿਰਾਇਆ ਆਉਂਦਾ ਰਹੇ, ਜਾਂ ਮੈਂ ਇਹਨੂੰ ਵੇਚ ਕੇ ਆਪਦੀ ਕੋਈ ਬਿਮਾਰੀ ਠਮਾਰੀ ਹੋਊ, ਪੈਨਸ਼ਨ ਤਾਂ ਮਿਲਣੀ ਨਹੀਂ, ਗੌਰਮੈਂਟ ਨੇ ਤਾਂ ਕੁਛ ਨਹੀਂ ਕਰਨਾ ਮੇਰਾ। ਉਹ ਚੀਜ਼ਾਂ ਨੇ ਕਰਪਸ਼ਨ ਨੂੰ ਵਧਾਵਾ ਦਿੱਤਾ। ਉਹ ਕਰਪਸ਼ਨ ਵਧਣ ਦੇ ਨਾਲ ਉਹ ਸਿਸਟਮ ਇੰਨਾ ਕੁ ਘਸਮੈਲਾ, ਇੰਨਾ ਕੁ ਗੰਦਾ ਹੋ ਗਿਆ ਵੀ ਉੱਥੇ ਹੁਣ ਆਮ ਬੰਦੇ ਦਾ ਸਾਹ ਲੈਣਾ ਔਖਾ ਹੋ ਗਿਆ। ਲੋਕ ਭੱਜਣੇ ਸ਼ੁਰੂ ਹੋ ਗਏ, ਨਿਕਲਣੇ ਸ਼ੁਰੂ ਹੋ ਗਏ। ਉਹਦਾ ਨਤੀਜਾ ਇਹ ਹੋਇਆ। ਹੁਣ ਲੋਕ ਇੱਥੇ ਜਿਹੜੇ ਆਏ ਆ ਉਹ ਇਸ ਕਰਕੇ ਆਏ ਵੀ ਸਾਨੂੰ ਕੁਛ ਜਾਂਦਿਆਂ ਨੂੰ ਚੰਗਾ ਮਿਲੂ, ਵਧੀਆ ਮਿਲੂ। ਚੰਗਾ ਹੈਗਾ, ਵਧੀਆ ਹੈਗਾ, ਪਰ ਫਿਰ ਜਿਹੜਾ ਉਹ ਨਾ ਸੂਈ ਵਾਲੇ ਨੱਕੇ ਵਿੱਚ ਦੀ ਤਾਂ ਲੰਘਣਾ ਹੀ ਪੈਂਦਾ। ਤਿੰਨ ਸਾਹਿਬ ਸਾਰੇ ਲੰਘੇ ਆ। ਸਟਰਗਲ ਤਾਂ ਹੈ, ਸਟਰਗਲ ਹੈ, ਬਹੁਤ ਜ਼ਿਆਦਾ ਸਟਰਗਲ ਹੈ। ਹੁਣ ਜਿਹੜੇ ਤਾਂ ਆਉਂਦੇ ਆ ਬੱਚਿਆਂ ਨੇ, ਕਿਉਂਕਿ ਪਹਿਲਾਂ ਹੁਣ ਜੇ ਮੈਂ ਆਪਦੀ ਗੱਲ ਕਰਾਂ, ਚਲੋ ਮੈਂ ਬਹੁਤ ਲੱਕੀ ਹਾਂ ਅੱਜ ਤੁਹਾਡੇ ਸਾਹਮਣੇ ਇੱਥੇ ਮਾਈਕ 'ਤੇ ਬੈਠਾ, ਬਹੁਤ ਸੋਹਣੀ ਚਲੋ ਨੌਕਰੀ ਮਿਲ ਗਈ ਆਪਾਂ ਨੂੰ, ਵਧੀਆ ਜ਼ਿੰਦਗੀ ਚੱਲ ਰਹੀ ਹੈ। ਲੇਕਿਨ ਇਹ ਕਿੰਨੇ ਕੁ ਲੋਕਾਂ ਨੂੰ ਇੱਦਾਂ ਹੋ ਪਾਉਂਦਾ? ਜਦੋਂ ਉਹ ਸੂਈ ਵਾਲੇ ਨੱਕੇ ਵਿੱਚ ਦੀ ਲੰਘਣ ਦਾ ਜਿਹੜਾ ਟਾਈਮ ਹੁੰਦਾ ਨਾ, ਹੁਣ ਇੱਕ ਬੰਦਾ ਉੱਥੋਂ ਵਧੀਆ ਕੁਰਸੀ ਵਾਲੀ ਜੌਬ ਕਰਦਾ ਉੱਠ ਕੇ ਆਇਆ, ਜਿਹੜੇ ਕੰਫਰਟ ਜ਼ੋਨ 'ਚੋਂ ਆਏ ਨੇ ਸ਼ਾਇਦ ਉਹ ਮਿਸਫਿਟ ਹੋ ਰਹੇ ਨੇ ਬਹੁਤ ਜ਼ਿਆਦਾ। ਵਰਨਾ ਜਿਹੜੇ ਸਟਰਗਲਰ ਸੀ ਉਹਨਾਂ ਲਈ ਤਾਂ ਹੁਣ ਜਿਹੜਾ ਬੱਚਾ ਆਉਂਦਾ ਜੀ 12ਵੀਂ ਕਰਕੇ ਜਾਂ ਗ੍ਰੈਜੂਏਸ਼ਨ ਕਰਕੇ ਬੱਚਾ ਆਉਂਦਾ, ਉਹਨੇ ਉੱਥੇ ਕਦੇ ਕੁਰਸੀ ਦਾ ਕਿਸੇ ਦਾ ਮਤਲਬ ਉਹਨੇ ਉੱਥੇ ਮਿਹਨਤ ਨਹੀਂ ਕੀਤੀ ਹਲੇ, ਉਹਨੇ ਮਿਹਨਤ ਸ਼ੁਰੂ ਕਰਨੀ ਹੈ। ਇੱਕ ਬੰਦਾ ਜਿਹੜਾ 40-45 ਸਾਲ ਦੀ 40 ਸਾਲ ਦੀ ਉਮਰ 'ਚ ਆਉਂਦਾ ਹੈ, ਉਹਨੇ ਉੱਥੇ ਇੱਕ ਮਿਹਨਤ ਕੀਤੀ ਹੈ। ਉਹਨੇ 20-25 ਸਾਲ ਤੋਂ ਲੈ ਕੇ ਉਹਨੇ 25 ਸਾਲ ਆਪਦੇ ਉਸ ਕੰਟਰੀ ਨੂੰ ਦਿੱਤੇ ਆ, ਲੇਕਿਨ ਫਿਰ ਉਹ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ। ਜਾਂ ਉਹਨੇ ਆਪਦੇ ਬੱਚਿਆਂ ਦੀ ਸੁਰੱਖਿਆ, ਉਹਦਾ ਭਵਿੱਖ ਜਿਹੜਾ ਹੈਗਾ, ਹੁਣ ਮੈਨੂੰ ਲਾ ਲਓ, ਮੈਂ 40-45 ਸਾਲ ਦੀ ਉਮਰ ਦੇ ਵਿੱਚ ਮੈਨੂੰ ਲੱਗਦਾ ਵੀ ਯਾਰ 15 ਸਾਲ ਬਾਅਦ ਫਿਰ ਕੀ ਕਰਾਂਗੇ? ਨੌਕਰੀ ਤਾਂ ਖਤਮ ਹੋ ਜਾਣੀ ਹੈ। ਮੇਰੇ ਕੋਲ ਤਾਂ ਕੋਈ ਐਡਾ ਜੋੜਿਆ ਵਾ ਨਾ, ਮੇਰੇ ਕੋਲ ਐਡਾ ਵੱਡਾ ਖੇਤ ਆ ਵੀ ਮੈਨੂੰ ਪਾਲ ਸਕੇ, ਨਾ ਮੇਰੇ ਕੋਲ ਕੋਈ ਦੁਕਾਨ ਹੈ, ਨਾ ਮੇਰਾ ਇਹ ਟੈਂਪਰਾਮੈਂਟ ਆ ਕਿ ਮੈਂ ਪੈਸੇ ਇਕੱਠੇ ਕਰ ਲਵਾਂ। ਮੈਂ ਕੀ ਕਰੂੰਗਾ 15 ਸਾਲ ਬਾਅਦ? ਮੈਂ ਆਪਦੇ ਬੱਚਿਆਂ ਤੋਂ ਮੰਗ ਕੇ ਖਾਊਂਗਾ। ਫਿਰ ਇਹੀ ਚੀਜ਼ ਮੇਰੇ ਬੱਚਿਆਂ 'ਤੇ ਵੀ ਲਾਗੂ ਹੁੰਦੀ ਹੈ। ਜੇ ਅੱਜ ਮੇਰੇ ਵਾਸਤੇ ਹਾਲਾਤ ਇਹ ਨੇ, ਉਹਨਾਂ ਵਾਸਤੇ ਤਾਂ ਹੋਰ ਬੱਤਰ ਹੋ ਜਾਣੇ ਆ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੀ ਉਮਰ ਦੇ ਬੰਦੇ ਵੀ ਉੱਥੋਂ ਆਉਂਦੇ ਆ। ਜਦੋਂ ਹੁਣ ਮੈਂ 20-25 ਸਾਲ ਉੱਥੇ ਮਿਹਨਤ ਕਰਕੇ ਇੱਕ ਵਧੀਆ ਜਗ੍ਹਾ 'ਤੇ ਪਹੁੰਚਿਆ ਸੀਗਾ, ਮੇਰੀ ਸੈਲਰੀ ਬਹੁਤ ਸੋਹਣੀ ਸੀ, ਮੇਰੀ ਜੌਬ ਬਹੁਤ ਅੱਛੀ ਸੀ। ਜਦੋਂ ਉਹਦੇ ਕੰਪੈਰੇਟਿਵ ਇੱਥੇ ਆ ਕੇ ਬੰਦੇ ਨੂੰ ਸਟਰਗਲ ਕਰਨੀ ਪੈਂਦੀ ਆ, ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ, ਫਿਰ ਉਹਦਾ ਦਿਲ ਟੁੱਟਦਾ। ਤਾਂ ਉਹ ਸਿਸਟਮ ਤੋਂ ਫਰਸਟ੍ਰੇਟ ਹੁੰਦਾ। ਫਿਰ ਜਦੋਂ ਸਾਡਾ ਥੋੜ੍ਹਾ ਦਿਲ ਟੁੱਟਦਾ, ਫਿਰ ਸਾਨੂੰ ਮਾੜੀਆਂ ਚੀਜ਼ਾਂ ਦਿਖਦੀਆਂ, ਫਿਰ ਚੰਗੀਆਂ ਨਹੀਂ ਦਿਖਦੀਆਂ, ਫਿਰ ਬਹਾਨੇ ਬਣਦੇ ਆ ਜਾਣ ਦੇ, ਨੈਗੇਟਿਵ ਅਪਰੋਚ ਹੋ ਜਾਂਦੀ ਹੈ। ਹੁਣ ਰਹਿੰਦੇ ਤਾਂ ਤੁਸੀਂ ਵੀ ਤਿੰਨ ਸਾਹਿਬ ਬਹੁਤ ਦੇਰ ਦੇ ਇੱਥੇ ਹੋ, ਬਿਮਾਰ ਤੁਸੀਂ ਵੀ ਬਹੁਤ ਵਾਰੀ ਹੋਏ ਹੋਵੋਗੇ, ਪਰ ਡਾਕਟਰ ਫਿਰ ਵੀ ਮਿਲ ਹੀ ਜਾਂਦਾ। ਜੇ ਕੱਲ੍ਹ ਕਹਿ ਰਿਹਾ ਸੀ, ਕਹਿੰਦਾ ਮੈਂ ਵਾਪਸ ਪੰਜਾਬ ਨੂੰ ਜਾ ਰਿਹਾ ਇਲਾਜ ਕਰਾਉਣ ਲਈ, ਕਿਉਂਕਿ ਮੈਨੂੰ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਨਹੀਂ ਮਿਲ ਰਹੀ।
ਸ਼ੁਰੂ 'ਚ ਦਿੱਕਤ ਆਉਂਦੀ ਹੈ ਕਿਉਂਕਿ ਤੁਹਾਡੇ ਨਾ ਤਾਂ ਕੰਟੈਕਟਸ ਹੁੰਦੇ ਆ, ਦੂਜੀ ਗੱਲ ਪਤਾ ਹੀ ਨਹੀਂ ਹੁੰਦਾ ਜੇ ਤੁਸੀਂ ਮੇਰੀ ਗੱਲ ਕਰੋ। ਹਲੇ ਤੱਕ ਮੈਨੂੰ ਨਹੀਂ ਪਤਾ ਵੀ ਜੇ ਕੋਈ ਪ੍ਰੋਬਲਮ ਆ ਜਾਵੇ, ਉਹ ਤਾਂ ਚਲੋ ਖੁਦਾ ਦਾ ਸ਼ੁਕਰ ਆ ਵੀ ਹਲੇ ਤੱਕ ਆਪਾਂ ਨੂੰ ਕੋਈ ਪ੍ਰੋਬਲਮ ਆਈ ਨਹੀਂ ਕਿਸੇ ਨੂੰ ਮੇਰੇ ਪਰਿਵਾਰ 'ਚ। ਲੇਕਿਨ ਮੈਨੂੰ ਇਹ ਨਹੀਂ ਪਤਾ ਕਿ ਹਜੇ ਡਾਕਟਰ ਜਾ ਕੇ ਲੱਭਣਾ ਕਿਵੇਂ ਆ। ਉੱਥੇ ਤਾਂ ਆਪਣਾ ਸੀਗਾ ਵੀ ਜੇ ਮਾੜੀ ਮੋਟੀ ਦਵਾਈ ਤਾਂ ਆਪਾਂ ਕਿਸੇ ਹੋਮੋਪੈਥੀ ਵਾਲੇ ਤੋਂ ਲੈ ਲਈ, ਹੋਰ ਨਹੀਂ ਕੈਮਿਸਟ ਤੋਂ ਲੈ ਲਈ। ਇੱਥੇ ਤਾਂ ਉਵੇਂ ਹੋਣਾ ਨਹੀਂ, ਪ੍ਰਾਈਵੇਟ ਸਿਸਟਮ ਹੈਗਾ। ਕੁਛ ਚੀਜ਼ਾਂ ਫਿਰ ਜਿਹੜੀਆਂ ਉੱਥੋਂ ਦੀਆਂ ਚੰਗੀਆਂ ਲੱਗਣ ਲੱਗ ਪੈਂਦੀਆਂ, ਜਿਹੜੀ ਉਹ ਸਹੂਲਤ ਸੀਗੀ। ਮੈਂ ਸਿੰਪਲ ਜੀ ਗੱਲ ਦੱਸਦਾ, ਇੱਕ ਦਿਨ ਸ਼ਾਮ ਨੂੰ ਦੁੱਧ ਖਤਮ ਹੋ ਗਿਆ, ਵਾਈਫ ਕਹਿੰਦੀ ਵੀ, ਮੈਂ ਕਿਹਾ ਵੀ ਹੁਣ ਤਾਂ ਸਟੋਰ ਬੰਦ ਹੋ ਗਏ, ਵੀ ਉੱਥੇ ਵਾਲਾ ਕੰਮ ਤਾਂ ਹੈ ਨਹੀਂ ਵੀ ਆਪਾਂ ਗੁਆਂਢ ਗਏ ਤੇ ਸੰਧੂਆਂ ਦੀ ਦੁਕਾਨ ਤੋਂ ਫੜ ਲਿਆਂਦਾ। ਤੇ ਇਹ ਕੁਛ ਚੀਜ਼ਾਂ ਫਿਰ ਬੰਦੇ ਨੂੰ ਨਾ ਨੈਗੇਟਿਵਿਟੀ ਵੱਲ ਨੂੰ ਜਾਣ ਲੱਗ ਪੈਂਦੀਆਂ। ਉਹਨੂੰ ਹਰੇਕ ਚੀਜ਼ ਦੇ ਵਿੱਚ ਫਿਰ ਹਰੇਕ ਸਿਸਟਮ ਦੇ ਵਿੱਚ ਵੀ ਉੱਥੇ ਤਾਂ ਜੀ ਸੜਕ 'ਤੇ ਜਿੱਥੋਂ ਮਰਜੀ ਆਪਾਂ ਗੱਡੀ ਯੂ ਟਰਨ ਲੈ ਲੈਂਦੇ ਸੀ, ਇੱਥੇ ਤਾਂ ਯੂ ਟਰਨ ਹੀ ਹੈ ਨਹੀਂ ਕਿਤੇ। ਤਾਂ ਉਹ ਇਹ ਸਾਰਾ ਕੁਛ ਰਲਾ ਮਿਲਾ ਕੇ ਹੁਣ ਦੇਖੋ, ਮੈਂ ਤੁਹਾਨੂੰ ਕਿਹਾ ਸੀ ਵੀ ਇਹ ਸਮੀਕਰਨ ਜਿਹੜੀ ਹੈਗੀ ਹੈ ਦੇਖਣ ਨੂੰ ਕੰਪਲੀਕੇਟਡ ਵੀ ਬਹੁਤ ਹੈ ਤੇ ਸਿੰਪਲ ਵੀ ਬੜੀ ਹੈ। ਇਹ ਹੁਣ ਸੋ ਜਿਹੜੀ ਇਹ ਫਰਸਟ੍ਰੇਸ਼ਨ ਆ ਉਹਨਾਂ ਲੋਕਾਂ ਨੂੰ ਹੀ ਆ ਜਿਹੜੇ ਕੰਫਰਟ ਜ਼ੋਨ 'ਚੋਂ ਆਏ ਨੇ। ਮੈਨੂੰ ਲੱਗਦਾ ਜ਼ਿਆਦਾ ਉਹਨਾਂ ਨੂੰ ਹੋਊਗੀ, ਕਿਉਂਕਿ ਮੈਂ ਆਪਦੇ ਆਪ 'ਤੇ ਲਾ ਕੇ ਦੇਖਾਂ, ਮੈਂ ਹਾਲਾਂਕਿ ਇੰਨੇ ਵਧੀਆ ਜੋਬ 'ਤੇ ਆ ਗਿਆ ਹੋਇਆ, ਸਟਿਲ ਕਈ ਵਾਰ ਮਨ ਡੋਲਦਾ ਹੈ। ਅੱਛਾ ਜੀ, ਡੋਲਦਾ ਜੀ, ਮੈਂ ਝੂਠ ਨਹੀਂ ਬੋਲ ਸਕਦਾ। ਆਪਾਂ ਇੱਕ ਜ਼ਿੰਮੇਦਾਰ ਪਲੇਟਫਾਰਮ 'ਤੇ ਬੈਠੇ ਹਾਂ। ਮੈਂ ਜਾਣਦਾ ਕੁਛ ਇੱਥੇ ਲੋਕ ਆਏ ਸਨ ਮੇਰੇ ਨਾਲ ਇੱਥੇ ਸਟੇਸ਼ਨ 'ਤੇ ਵੀ ਸਾਡੇ, ਪਰ ਉਹ ਵਾਪਸ ਚਲੇ ਗਏ ਜੀ। ਫਿਰ ਉਹਨਾਂ ਨੇ ਇੱਥੇ ਆ ਕੇ ਮੁਨਾਸਿਬ ਨਹੀਂ ਸਮਝਿਆ ਜੀ। ਉਹ ਕਹਿੰਦੇ ਵੀ ਇਸ ਸਿਸਟਮ ਦੇ ਵਿੱਚ ਅਸੀਂ ਫਿੱਟ ਨਹੀਂ ਆਉਣਾ, ਜਾਂ ਇਹ ਸਿਸਟਮ ਸਾਡੇ ਲਈ ਫਿੱਟ ਨਹੀਂ ਹੈ ਜੀ, ਔਰ ਮੁੜ ਕੇ ਵਾਪਸ ਨਹੀਂ ਆਏ। ਉਹ ਕੁਛ ਲੋਕ ਵਾਪਸ ਵੀ ਆ ਗਏ ਸਨ, ਪਰ ਕਾਫੀ ਲੋਕ ਨੇ ਜਿਹੜੇ ਵਾਪਸ ਨਹੀਂ ਆਏ। ਹੋ ਸਕਦਾ ਥਿੰਨ ਸਾਹਿਬ, ਜੇ ਮੈਂ ਅੱਜ ਤੁਹਾਡੇ ਸਾਹਮਣੇ ਨਾ ਬੈਠਾ ਹੁੰਦਾ ਤਾਂ ਹੁਣ ਨੂੰ ਮੈਂ ਵਾਪਸ ਜਾ ਕੇ ਕਿਤੇ ਫਿਰ ਆਪਦੇ ਉੱਥੇ ਹੀ ਕੋਈ ਕੰਮ ਕਰ ਰਿਹਾ ਹੁੰਦਾ। ਇਹ ਪੋਸੀਬਲ ਹੈ। ਸੋ ਆਪਾਂ ਇਹ ਦੇਖਣਾ ਚਾਹੁੰਦੇ ਸੀ ਬਈ ਜਿਹੜੀਆਂ ਸਿਸਟਮ ਦੇ ਵਿੱਚ ਕਿੱਥੇ ਕਿੱਥੇ ਗੈਪਸ ਨੇ, ਜਿਹੜੀਆਂ ਬ੍ਰੇਕਡਾਊਨਸ ਨੇ ਸਿਸਟਮ ਦੀਆਂ, ਕਿਉਂਕਿ ਇਹ ਤਾਂ ਗੱਲ ਬਿਲਕੁਲ 16 ਨੇ ਆ ਕਿ G7 ਦੇ ਵਿੱਚੋਂ ਕੈਨੇਡਾ ਦਾ ਬਹੁਤ ਉੱਚਾ ਨੰਬਰ ਹੈ। ਬਹੁਤ ਵਧੀਆ ਕੰਟਰੀ, ਬੜਾ ਖੂਬਸੂਰਤ ਕੰਟਰੀ, ਲੋਕ ਤਰਸਦੇ ਇੱਥੋਂ ਆਉਣ, ਹਾਲੇ ਵੀ ਲੋਕ ਤਰਸਦੇ ਆ ਜੀ। ਪਰ ਜਿਹੜੇ ਲੋਕ ਆ ਰਹੇ ਨੇ, ਜਿਸ ਕਿਸਮ ਦਾ ਰੈਪੂਟੇਸ਼ਨ ਹੈ ਟਿਕਟੌਕ 'ਤੇ ਜੇ ਤੁਸੀਂ ਦੇਖੋ ਜੀ, ਲਗਾਤਾਰ ਕੈਨੇਡਾ ਸੰਬੰਧੀ ਇਸ ਤਰ੍ਹਾਂ ਦਾ ਨੈਗੇਟਿਵ ਪ੍ਰਚਾਰ ਹੋ ਰਿਹਾ ਕਿ ਇੱਥੇ ਤਾਂ ਬੁਰਾ ਹਾਲ ਆ, ਇੱਥੇ ਤਾਂ ਬੌਂਕੇ ਦਿਹਾੜੇ ਨੇ, ਇੱਥੇ ਆਉਣ ਦਾ ਕੋਈ ਫਾਇਦਾ ਨਹੀਂ। ਹੁਣ ਮੇਰਾ ਖਿਆਲ ਹੈ ਕਿ ਜਿਹੜੇ ਹੋਰ ਨਿਊ ਕਮਰਸ ਨੇ ਡੈਫੀਨੇਟਲੀ ਉਹ ਡਿਸਕਰੇਜ ਹੁੰਦੇ ਹੋਣੇ ਨੇ ਜਦੋਂ ਇੱਥੇ ਕ੍ਰਾਈਮ ਦੀ ਗੱਲ, ਸਾਡੇ ਹੈਲਥ ਸਿਸਟਮ ਦੀਆਂ ਗੱਲਾਂ ਅਤੇ ਹੋਰ ਸਟਰਗਲ ਦੀਆਂ ਗੱਲਾਂ, ਜਿਹੜੇ ਲੋਕ ਉੱਥੇ ਆਪਣਾ ਕਾਫੀ ਪ੍ਰਭਾਵ ਰੱਖਦੇ ਸੀ, ਉਹਨਾਂ ਦਾ ਡਫੂੰਗ ਸੀ ਚੰਗਾ, ਉਹ ਇੱਥੇ ਆ ਕੇ ਮੀਨੀਅਲ ਜੌਬਸ ਕਰ ਰਹੇ ਨੇ, ਉਹ ਆਪਣੀਆਂ ਤਸਵੀਰਾਂ ਭੇਜ ਰਹੇ ਨੇ। ਸੋ ਲੱਗਦਾ ਇਹ ਆ ਕਿ ਸ਼ਾਇਦ ਉਹਨਾਂ ਲੋਕਾਂ ਲਈ ਡਿਸਕਰੇਜਿੰਗ ਹੋਵੇ ਜਿਹੜੇ ਲੋਕ ਸੁਪਨੇ ਸਜਾਈ ਬੈਠੇ ਆ। ਤਿੰਨ ਸਾਹਿਬ, ਮੈਂ ਇਸ ਨੈਰੇਟਿਵ ਨਾਲ ਵੀ ਬਹੁਤਾ ਇਤਫਾਕ ਨਹੀਂ ਰੱਖਦਾ। ਉਹ ਇਸ ਕਰਕੇ ਨਹੀਂ ਰੱਖਦਾ, ਹੁਣ ਜਦੋਂ ਪੰਜਾਬ 'ਚ ਲੋਕੀ ਕਹਿੰਦੇ ਸੀ ਅੱਗ ਲੱਗੀ ਹੈ, ਆਪਾਂ ਪੰਜਾਬ 'ਚ ਵਿਚਰੇ ਹਾਂ, ਉਦੋਂ ਆਪਾਂ ਰਹੇ ਹਾਂ। ਠੀਕ ਆ, ਹਾਲਾਤ ਮਾੜੇ ਸੀ, ਮੈਂ ਇਹ ਨਹੀਂ ਕਹਿੰਦਾ ਹਾਲਾਤ ਚੰਗੇ ਸੀ, ਪਰ ਇੰਨੇ ਵੀ ਮਾੜੇ ਨਹੀਂ ਸੀ ਜੋ ਪ੍ਰੋਜੈਕਟ ਕੀਤੇ ਜਾਂਦੇ ਸੀ। ਅੱਜ ਦੇ ਸਮੇਂ 'ਚ ਜਿਹੜਾ ਇਹ ਟਿਕਟੌਕ ਹੋ ਗਿਆ ਜਾਂ ਹੋਰ ਹੋ ਗਿਆ, ਮੈਂ ਖੈਰ ਇਹਨਾਂ ਨੂੰ ਸੋਸ਼ਲ ਮੀਡੀਆ ਨੂੰ ਜਿਹੜਾ ਹੈਗਾ ਮੈਂ ਮੀਡੀਆ ਹੀ ਨਹੀਂ ਮੰਨਦਾ। ਇਹਦੇ ਤੇ ਪ੍ਰਚਾਰ ਘੱਟ ਤੇ ਦੁਸ਼ਪ੍ਰਚਾਰ ਜ਼ਿਆਦਾ ਹੁੰਦਾ। ਕਿਸੇ ਵੀ ਚੀਜ਼ ਨੂੰ ਤੁਸੀਂ ਅੱਗ ਬਣਾ ਕੇ ਇੱਕਦਮ ਇੱਕ ਅੱਗ ਲਾ ਕੇ ਬਰੂਦ ਬਣਾ ਸਕਦੇ ਹੋ ਬੜੇ ਆਰਾਮ ਨਾਲ। ਬਿਲਕੁਲ। ਤੇ ਲੋਕ ਖੈਰ ਹੁਣ ਸਮਝਣ ਲੱਗ ਪਏ। ਕੋਈ ਸਮਾਂ ਸੀਗਾ ਜਦੋਂ ਬਹੁਤ ਜਲਦੀ ਭੜਕ ਜਾਂਦੇ ਸੀ, ਪਰ ਹੁਣ ਲੋਕਾਂ ਨੂੰ ਵੀ ਸਮਝ ਲੱਗਣ ਲੱਗ ਪਈ ਹੈ ਵੀ ਇਹ ਜਿਹੜਾ ਇਨਫੋਰਮੇਸ਼ਨ ਹੈਗੀ ਹੈ ਇਹ ਕੋਈ ਬਹੁਤ ਵੈਰੀਫਾਈ ਕਰੋ ਇਹਨੂੰ। ਟਿਕਟੌਕ ਦੇ ਉੱਤੇ ਜਿਹੜੇ ਬਣਾਉਂਦੇ ਆ ਜਾਂ ਉਹ ਕਰਦੇ ਆ, ਠੀਕ ਆ, ਉਹਨਾਂ ਨੂੰ ਵਿਊਜ਼ ਤੱਕ ਮਤਲਬ ਹੁੰਦਾ, ਉਹ ਸੈਂਸੇਸ਼ਨਲ ਕਰਨਾ ਹੁੰਦਾ ਕਿਸੇ ਚੀਜ਼ ਨੂੰ। ਉਨੇ ਮਾੜੇ ਹਾਲਾਤ ਵੀ ਨਹੀਂ ਹੋਣਗੇ ਜਿਹੜੇ ਉੱਤੇ ਦਿਖਾਏ ਗਏ ਆ, ਪਰ ਉਨੇ ਚੰਗੇ ਵੀ ਨਹੀਂ ਹੋਣਗੇ ਜਿਹੇ ਜਿਹੇ ਸੁਪਨੇ ਤੁਸੀਂ ਉੱਥੋਂ ਲੈ ਕੇ ਆ ਜਾਂਦੇ ਹੋ। ਬਿਲਕੁਲ ਸਟਰਗਲ ਕਰਨੀ ਪੈਣੀ ਹੈ ਹਰ ਹਾਲਤ ਦੇ ਵਿੱਚ ਹੀ। ਜਿਹੜੇ ਲੋਕ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਜਹਿਦ ਦਾ ਇੱਕ ਸਰਟਨ ਟਾਈਮ ਹੈਗਾ, ਜਦੋਜਹਿਦ ਕਰਨੀ ਪਏਗੀ, ਪਰ ਮੇਰਾ ਖਿਆਲ ਆ ਕਿ ਮੁਲਕ ਹਾਲੇ ਵੀ ਵਧੀਆ ਹੈ ਜੀ। ਇਹਦੇ ਵਿੱਚ ਕੁਝ ਕੁ ਚੀਜ਼ਾਂ ਜਿਹੜੀਆਂ ਤਰਮੀਮਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਕਰ ਲੈਣੀਆਂ ਚਾਹੀਦੀਆਂ, ਜਿਹੜੀ ਵੈਸੇ ਮੇਰੇ ਖਿਆਲ 'ਚ ਗੌਰਮੈਂਟ ਉੱਧਰਲੇ ਪਾਸੇ ਨੂੰ ਤੁਰੀ ਵੀ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਪ੍ਰੋਗਰਾਮ ਦੇ ਵਿੱਚ, ਜਿਵੇਂ ਡੇਵਿਡ ਈਬੀ ਸਾਹਿਬ ਨੇ ਉਦੋਂ ਕਿਹਾ ਸੀਗਾ ਵੀ BC ਦੇ ਵਿੱਚ ਹੁਣ ਜਿਹੜੇ ਡਾਕਟਰਸ ਆਏ ਹੋਏ ਆ ਉਹ ਪੁਰਾਣੇ ਡਾਕਟਰਸ ਨਾਲ ਜਾਂ ਜਿਹੜੇ ਸਰਟੀਫਾਈਡ ਡਾਕਟਰਸ ਆ ਉਹਨਾਂ ਦੇ ਨਾਲ ਰਲ ਕੇ ਹੁਣ ਪ੍ਰੈਕਟਿਸ ਕਰ ਸਕਦੇ ਆ। ਇਹ ਕਦਮ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਰ ਚਲੋ ਖੈਰ ਦੇਰ ਆਏ ਦਰੁਸਤ ਆਏ। ਮੇਰੇ ਖਿਆਲ ਉਹਨਾਂ ਨੇ ਇਹ ਵੀ ਕਿਹਾ ਕਿ ਗੇਟ ਕੀਪਰਸ ਜਿਹੜੇ ਆ ਉਹ ਜੇ ਉਹ ਨਹੀਂ ਸੰਭਲਦੇ, ਜੇ ਉਹ ਆਪਣੇ ਕਮਰ ਕੱਸੇ ਨਹੀਂ ਕੱਸਦੇ ਜੀ, ਤਾਂ ਸਾਨੂੰ ਲੈਜਿਸਲੇਸ਼ਨ ਪਾਸ ਕਰਨੀ ਪੈ ਸਕਦੀ। ਬਿਲਕੁਲ। ਤੇ ਦੂਸਰਾ ਇੱਕ ਜਿਹੜਾ ਜਦੋਂ ਬੰਦਾ ਨਵਾਂ ਆ ਕੇ ਇੱਥੇ ਜੌਬ ਲੱਭਦਾ ਨਾ, ਉਹਨੂੰ ਕਿਹਾ ਜਾਂਦਾ ਜੀ ਕੈਨੇਡੀਅਨ ਐਕਸਪੀਰੀਅੰਸ। ਉਹ ਜਿਹੜਾ ਬੰਦਾ ਹਜੇ ਉਤਰੇ ਹੀ ਕੱਲ੍ਹ ਆ, ਉਹ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਕਿੱਥੋਂ ਦਊਗਾ? ਕੋਈ ਸਿਸਟਮ ਇਹੋ ਜਿਹਾ ਬਣੇ, ਜਿਵੇਂ ਹੁਣ ਮੇਰੀ ਐਜੂਕੇਸ਼ਨ ਹੈ, ਵਰਲਡ ਐਜੂਕੇਸ਼ਨ ਸਰਵਿਸ ਆ ਜਾਂ ਹੋਰ ਕਈ ਏਜੰਸੀਆਂ ਹੈਗੀਆਂ ਜਿਹੜੀਆਂ ਉਹਨੂੰ ਅਸੈਸ ਕਰਕੇ ਉਹਦੀ ਇਕੁਵਲੈਂਸੀ ਦਿੰਦੀਆਂ ਤੁਹਾਨੂੰ।
ਮੇਰੀ ਹੁਣ ਪੋਸਟ ਗ੍ਰੈਜੂਏਸ਼ਨ ਇੱਥੇ ਪੋਸਟ ਗ੍ਰੈਜੂਏਸ਼ਨ ਦੇ ਬਰਾਬਰ ਮੰਨੀ ਗਈ ਹੈ। ਮੇਰੀ ਵਾਈਫ ਉੱਥੋਂ ਪੰਜਾਬ ਯੂਨੀਵਰਸਿਟੀ ਤੋਂ ਬੀਐਡ ਕਰੀ ਹੋਈ ਹੈ, ਉਹਦਾ 15 ਸਾਲ ਦਾ ਤਜਰਬਾ ਹੈ। ਉਹ ਇੱਥੇ ਉਹਨੂੰ ਬੀਐਡ ਦਾ ਬਰਾਬਰ ਉਹਨਾਂ ਨੇ ਰੁਤਬਾ ਦਿੱਤਾ, ਉਹਦੀ ਬੀਐਡ ਨੂੰ ਇੱਥੇ ਮਾਨਤਾ ਮਿਲੀ ਹੈ। ਜੇ ਪੜ੍ਹਾਈ ਦੇ ਵਿੱਚ ਇਹ ਹੋ ਸਕਦਾ ਤਾਂ ਇਹ ਕੰਮ ਦੇ ਵਿੱਚ ਉਹਦੇ ਐਕਸਪੀਰੀਅੰਸ ਦੇ ਵਿੱਚ ਵੀ ਤਾਂ ਹੋ ਸਕਦਾ। ਮਾਨਤਾ ਜਦੋਂ ਮਿਲ ਜਾਂਦੀ ਹੈ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜੀ ਜਿਹੜੀ ਫਰਸਟ੍ਰੇਸ਼ਨ ਆ ਰਹੀ ਨਵੇਂ ਇਮੀਗ੍ਰੈਂਟਸ ਦੇ ਵਿੱਚ, ਐਜੂਕੇਟਡ ਕਮਿਊਨਿਟੀ ਦੇ ਵਿੱਚ, ਜੀ ਮਾਨਤਾ ਮਿਲਣ ਤੋਂ ਬਾਅਦ ਜਦੋਂ ਸਿਲੈਕਸ਼ਨ ਕਮੇਟੀ ਸਿਲੈਕਟ ਕਰਦੀ ਆ, ਜੀ ਫਿਰ ਉਹ ਆਪਸ ਵਿੱਚ ਜਦੋਂ ਗੱਲ ਕਰਦੇ ਨੇ, ਫਿਰ ਉਹ ਇਹ ਕਹਿ ਕੇ ਜਦੋਂ ਕਿਸੇ ਡਾਕਟਰ ਨੂੰ ਵੀ ਰਿਜੈਕਟ ਕਰ ਦਿੰਦੇ ਨੇ ਕਿ ਹੀ ਇਜ਼ ਫੋਰਨ ਟ੍ਰੇਨਡ। ਯਾ ਫੋਰਨ ਟ੍ਰੇਨਡ ਦਾ ਸਟਿਗਮਾ ਲਾ ਕੇ ਕਿਸੇ ਵਿਅਕਤੀ ਨੂੰ ਨੌਕਰੀ ਤੋਂ ਵਾਂਝਿਆ ਕਰ ਦੇਣਾ, ਜੀ ਇਹ ਬਹੁਤ ਵੱਡੀ ਫਰਸਟ੍ਰੇਸ਼ਨ ਪੈਦਾ ਕਰ ਰਿਹਾ। ਇਹ ਤਾਂ ਫਿਰ ਆਪਣੇ ਆਪ ਦੇ ਸਿਸਟਮ ਨੂੰ ਹੀ, ਆਪਣੇ ਆਪ ਦੇ ਸੰਵਿਧਾਨ ਨੂੰ, ਆਪਣੇ ਆਪ ਦੇ ਵਿਧਾਨ ਨੂੰ ਹੀ ਇੱਕ ਤਰ੍ਹਾਂ ਨਾਲ ਬੇਇੱਜ਼ਤ ਕਰਨ ਵਾਲਾ ਕੰਮ ਹੋ ਗਿਆ ਨਾ ਉਹਨਾਂ ਲੋਕਾਂ ਦਾ। ਪਰ ਸਾਰੇ ਨਹੀਂ ਕਰਦੇ, ਕੁਝ ਜਗ੍ਹਾ ਤੇ ਮੇਰੇ ਖਿਆਲ 'ਚ ਉਹਨੂੰ ਔਨਰ ਵੀ ਕੀਤਾ ਜਾਂਦਾ। ਹੁਣ ਮੇਰੇ ਕੋਲੇ ਦੂਰਦਰਸ਼ਨ ਦਾ ਐਕਸਪੀਰੀਅੰਸ ਸੀਗਾ ਤੇ ਮੈਨੂੰ ਆਪਣੀ ਆਰਗੇਨਾਈਜੇਸ਼ਨ ਨੇ ਬੜਾ ਵਧੀਆ ਔਨਰ ਕੀਤਾ ਹੈਗਾ। ਬਿਲਕੁਲ। ਤੇ ਮੈਂ ਇਸ ਚੀਜ਼ ਤੇ ਮਾਣ ਵੀ ਮਹਿਸੂਸ ਕਰਦਾ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਅਗਲੇ ਤੋਂ ਕੰਮ ਕਰਵਾ ਕੇ ਨਹੀਂ ਵੇਖਦੇ, ਜੀ ਉਨੀ ਦੇਰ ਤੱਕ ਕਿਸ ਤਰ੍ਹਾਂ ਪਤਾ ਲੱਗੇਗਾ ਵੀ ਫੋਰਨ ਟ੍ਰੇਨਡ ਹੋ ਸਕਦਾ ਤੁਹਾਡੇ ਲੋਕਲ ਟ੍ਰੇਨਡ ਨੂੰ ਬਿਹਤਰ ਹੋਵੇ। ਹੁੰਦਾ ਹੈ ਜੀ। ਬਹੁਤੀ ਵਾਰ ਹੁਣ ਆਈਟੀ ਪ੍ਰੋਫੈਸ਼ਨਲਸ ਜਿਹੜੇ ਆਉਂਦੇ ਆ, ਪਹਿਲਾਂ ਉਹਨਾਂ ਨੂੰ ਬਿਲਕੁਲ ਬੇਸਿਕ ਜੌਬ ਤੇ ਉੱਥੋਂ ਬੰਦਾ ਐਨਾਲਿਸਟ ਦੀ ਜੌਬ ਤੋਂ ਆਉਂਦਾ, ਇੱਥੇ ਆ ਕੇ ਉਹਨੂੰ ਪ੍ਰੋਗਰਾਮਰ ਰੱਖ ਲੈਂਦੇ ਆ, ਜਿਹੜਾ ਕੰਮ ਉਹ ਅੱਜ ਤੋਂ 10 ਸਾਲ ਪਹਿਲਾਂ ਕਰਦਾ ਸੀਗਾ ਤੇ ਉਹਦੇ ਅੰਡਰ ਉੱਥੇ 10-15 ਬੰਦੇ ਜਾਂ 20 ਬੰਦੇ ਉਹਦੇ ਅੰਡਰ ਪ੍ਰੋਗਰਾਮਰ ਕੰਮ ਕਰਦੇ ਸੀ। ਉਹ ਬੰਦਾ ਨੈਚੁਰਲੀ ਪਹਿਲੀ ਗੱਲ ਤਾਂ ਫਰਸਟ੍ਰੇਟ ਤਾਂ ਹੋਊਗਾ, ਪਰ ਉਹਦੇ ਵਾਸਤੇ ਇਹ ਉਸ ਤਰ੍ਹਾਂ ਹੋ ਗਿਆ ਵੀ ਜਿਹੜਾ ਬੰਦਾ ਜਿਹਨੂੰ ਕਹ ਲਓ ਵੀ 50 ਕਿਲੋ ਦੀ ਬੈਂਚ ਪ੍ਰੈਸ ਲਾਉਂਦਾ, ਉਹਨੂੰ ਤੁਸੀਂ ਕਹੋ ਵੀ ਪਹਿਲਾਂ 10 ਕਿਲੋ ਤੋਂ ਸ਼ੁਰੂ ਕਰ, ਫਿਰ ਤੈਨੂੰ 50 ਕਿਲੋ ਵਾਲੀ ਲਵਾਵਾਂਗੇ। ਉਹਦੇ ਵਾਸਤੇ 10 ਕਿਲੋ ਲਾਉਣੀ ਕੀ ਔਖੀ ਹੈ। ਬਿਲਕੁਲ। ਪਰ ਦੂਸਰੇ ਪਾਸੇ ਜੇ ਮੁੱਢਲੀ ਜਿਹੜੀ ਜਦੋਜਹਿਦ ਆ ਉਹ ਕਰਨੀ ਵੀ ਪੈਂਦੀ ਆ, ਤਾਂ ਮੇਰਾ ਮਕਸਦ ਇਹੀ ਸੀ ਇਸ ਸੈਗਮੈਂਟ ਦਾ ਕਿ ਇੰਨੀ ਫਰਸਟ੍ਰੇਸ਼ਨ ਤੇ ਇੰਨੀ ਮਾਯੂਸੀ ਦੀ ਜ਼ਰੂਰਤ ਨਹੀਂ। ਸਟੇ ਪੋਜ਼ਿਟਿਵ, ਤਾਂ ਨਤੀਜੇ ਦੇ ਤੌਰ ਦੇ ਉੱਤੇ ਤੁਹਾਡੀ ਕਦਰ ਜ਼ਰੂਰ ਪਏਗੀ, ਖਾਸ ਤੌਰ ਦੇ ਉੱਤੇ ਹੁਣ ਜਦ ਕਿ ਜਿਹੜੇ ਕੈਨੇਡਾ ਦੇ ਵਿੱਚ ਹੋਰ ਵਿਅਕਤੀਆਂ ਦੀ ਜ਼ਰੂਰਤ ਆ। ਮੈਨੂੰ ਖੂਬਸੂਰਤੀ ਦਾ ਸਮਾਂ ਹੈ। ਮੈਨੂੰ ਖੂਬਸੂਰਤੀ ਇਹ ਲੱਗੀ ਤਿੰਨ ਸਾਹਿਬ, ਮੈਨੂੰ ਜਿੰਨੇ ਪੁਰਾਣੇ ਬੰਦੇ ਮਿਲੇ ਆ, ਹਰੇਕ ਬੰਦੇ ਨੇ ਮੈਨੂੰ ਹੌਸਲਾ ਦਿੱਤਾ, ਤਸੱਲੀ ਦਿੱਤੀ, ਤੇ ਇਹ ਤਸੱਲੀ ਦਿੱਤੀ ਜੋ ਤੁਸੀਂ ਹੁਣ ਸਾਰਿਆਂ ਨੂੰ ਇਹ ਮਾਈਕ ਦੇ ਜ਼ਰੀਏ ਦੇ ਰਹੇ ਹੋ ਵੀ ਥੋੜਾ ਜਿਹਾ ਧੀਰਜ ਰੱਖੋ, ਬਸ ਭੱਜੋ ਨਾ। ਇਹ ਸਮਾਂ ਬਦਲੂਗਾ ਬੜੇ ਆਰਾਮ ਨਾਲ, ਤੁਸੀਂ ਸਾਰਾ ਸਿਸਟਮ ਨੂੰ ਸਮਝ ਜਾਓਗੇ। ਜਦੋਂ ਇਹਨਾਂ ਚੀਜ਼ਾਂ, ਜਿਵੇਂ ਮੈਂ ਕਿਹਾ ਨਾ ਵੀ ਤੁਸੀਂ ਬਿਮਾਰ ਹੋਵੋਗੇ, ਤੁਹਾਨੂੰ ਬੜੇ ਆਰਾਮ ਨਾਲ ਡਾਕਟਰ ਲੱਭ ਜਾਣਾ। ਨਵੇਂ ਬੰਦੇ ਨੂੰ ਉਹ ਚੀਜ਼ ਸਮੱਸਿਆ ਲੱਗਦੀ ਹੈ। ਬਿਲਕੁਲ। ਤੇ ਉਹ ਜਿਹੜੀ ਸਾਂਭ ਸੰਭਾਲ ਜਿਹੜੀ ਗੌਰਮੈਂਟ ਵੱਲੋਂ ਤੁਹਾਡਾ ਫਿਊਚਰ ਹੈ, ਉਹ ਵਾਕਈ ਇੱਥੇ ਸੁਰੱਖਿਅਤ ਹੈਗਾ। ਇੱਥੇ ਆਏ ਹੋ ਤਾਂ ਵਰਥ ਹੈ, ਤੇ ਉਹ ਉਨੀ ਕੁ ਮਿਹਨਤ ਉਹਦੇ ਵਾਸਤੇ ਕਰ ਲੈਣੀ ਮਾੜੀ ਨਹੀਂ ਹੈ। ਬਿਲਕੁਲ। ਹਾਲੇ ਵੀ ਜੇ ਅਸੀਂ ਕੰਪੇਅਰ ਕਰਕੇ ਦੇਖਦੇ ਹਾਂ ਬਾਕੀ ਸੰਸਾਰ ਦੇ ਮੁਲਕਾਂ ਨਾਲ, ਬਾਕੀ ਸਿਸਟਮਸ ਦੇ ਨਾਲ, ਕੈਨੇਡਾ ਇੱਕ ਬੜਾ ਖੂਬਸੂਰਤ ਹੋਣ ਦੇ ਨਾਲ ਵਧੀਆ ਮੁਲਕ ਆ, ਜਿੱਥੇ ਇਨਸਾਨੀ ਜ਼ਿੰਦਗੀ ਦੀ ਬੜੀ ਕੀਮਤ ਹੈ। ਬਿਲਕੁਲ। ਔਰ ਜਿੱਥੇ ਹਾਲੇ ਵੀ ਸੁੱਖ ਸਹੂਲਤਾਂ ਜਿਹੜੀਆਂ ਨੇ, ਜਿੱਥੋਂ ਤੁਸੀਂ ਆਏ ਹੋ, ਜਿਹੜੀ ਬੈਕਗਰਾਊਂਡ ਹੈ ਜਿੱਥੋਂ ਅਸੀਂ ਆਏ ਹਾਂ, ਉਹਦੇ ਨੂੰ ਕਿਤੇ ਬਿਹਤਰ ਹੈ। ਬਿਲਕੁਲ। ਬਾਕੀ ਜਿਹੜੀਆਂ ਸਾਫ਼ ਹਵਾਵਾਂ ਤੇ ਜਿਹੜੀਆਂ ਹੋਰ ਸੁਰੱਖਿਆ ਦਾ, ਉਹਦਾ ਤਾਂ ਕੋਈ ਮੁੱਲ ਹੀ ਨਹੀਂ ਦਿੱਤਾ ਜਾ ਸਕਦਾ। ਜੇ ਆਪਣੇ ਕੋਲ ਸਮਾਂ ਹੈ ਤਾਂ ਇਹ ਪ੍ਰੋਗਰਾਮ ਦੇ ਜ਼ਰੀਏ ਅਸੀਂ ਇੱਕ ਸੁਨੇਹਾ ਜੇ ਪੰਜਾਬ ਪਹੁੰਚ ਸਕੇ ਤਾਂ ਮੈਂ ਕਹਿਣਾ ਚਾਹੁੰਦਾ ਵੀ ਉੱਥੇ ਸਰਕਾਰਾਂ ਕਹੀ ਤਾਂ ਜਾਂਦੀਆਂ ਵੀ ਲੋਕਾਂ ਨੂੰ ਰੋਕ ਲੈਣਾ, ਨਾ ਜਾਓ। ਧਾਰਮਿਕ ਆਗੂ ਵੀ ਕਹਿ ਰਹੇ ਆ, ਪਰ ਐਦਾਂ ਨਹੀਂ ਰੁਕਣਾ। ਲੋਕਾਂ ਨੂੰ ਉਹਨਾਂ ਦਾ ਭਵਿੱਖ ਦਿਖਾਓ, ਲੋਕਾਂ ਦਾ ਭਵਿੱਖ ਸੁਰੱਖਿਅਤ ਕਰੋ। ਫਿਰ ਰੁਕਣ ਦਾ ਛੱਡੋ, ਲੋਕੀ ਵਾਪਸ ਆਉਣ ਨੂੰ ਤਿਆਰ ਹੈ। ਮੈਂ ਜਿਹੜੀ ਗੱਲ ਤੋਂ ਸ਼ੁਰੂ ਕੀਤਾ ਸੀਗਾ ਕਿ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਅਸੀਂ ਖੁਸ਼ੀ ਨਾਲ ਪਰਦੇਸੀ ਨਹੀਂ ਹੋਏ, ਅਸੀਂ ਮਜਬੂਰੀ ਦੇ ਮਾਰੇ ਹੋਏ ਪਰਦੇਸੀ ਹੋਏ ਹਾਂ। ਸਾਡਾ ਕਿਹਦਾ ਦਿਲ ਕਰਦਾ ਮੈਂ ਤਾਂ ਘਰ ਵੇਚ ਕੇ ਆਇਆ, ਮੈਂ ਬੜੇ ਪਿਆਰ ਨਾਲ ਇੱਕ ਕਿੱਟ ਲਾਈ ਸੀ, ਮੇਰਾ ਦਿਲ ਭਰਦਾ ਹੁਣ ਵੀ ਉਹ ਗੱਲ ਯਾਦ ਕਰਕੇ। ਨਹੀਂ ਕਿਸੇ ਦਾ ਵੀ ਦਿਲ ਕਰਦਾ, ਪਰ ਲੋਕਾਂ ਨੂੰ ਤੁਸੀਂ ਮਜਬੂਰ ਕਰਤਾ, ਤੁਸੀਂ ਸਿਸਟਮ ਇੰਨਾ ਕੁ ਖਰਾਬ ਕਰਤਾ ਕਿ ਉਹਨਾਂ ਨੂੰ ਜਾਣਾ ਪੈ ਰਿਹਾ ਛੱਡ ਕੇ। ਇਹਨੂੰ ਸਿਸਟਮ ਨੂੰ ਸੁਧਾਰੋ, ਲੋਕੀ ਵਾਪਸ ਆ ਜਾਣਗੇ। ਔਰ ਜਿਹੜੇ ਲੋਕ ਵਾਪਸ ਜਾਣਾ ਵੀ ਚਾਹੁੰਦੇ ਨੇ ਜਤਿੰਦਰ, ਔਰ ਉਹਨਾਂ 'ਚੋਂ ਵੱਡੀ ਗਿਣਤੀ ਦੇ ਲੋਕ ਫਿਰ ਵਾਪਸ ਆ ਜਾਂਦੇ ਨੇ। ਸੋ ਇਹ ਖੱਜਲ ਖੁਆਰੀ 'ਚੋਂ ਬੈਟਰ ਇਹ ਆ ਕਿ ਹਾਲੇ ਸਟਰਗਲ ਕਰਕੇ ਵੇਖਿਆ ਜਾਏ, ਧੀਰੇ ਤੋਂ ਕੰਮ ਲਿਆ ਜਾਏ। ਬਿਲਕੁਲ ਬਾਈ, ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਥੈਂਕ ਯੂ।